ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। BC ਦੇ ਵਿੱਚ ਐਮਰਜੈਂਸੀ ਦੀ ਸਥਿਤੀ ਨੂੰ ਫਿਰ ਤੋਂ ਵਧਾ ਦਿੱਤਾ ਗਿਆ ਤੇ ਇਤਿਹਾਸ ਵਿੱਚ ਇਹ ਸਭ ਤੋਂ ਲੰਮੀ ਐਮਰਜੈਂਸੀ ਹੈ ਜੋ BC ਦੇ ਵਿੱਚ ਲਗਾਈ ਜਾ ਰਹੀ ਹੈ। BC ਦੇ ਵਿੱਚ ਇੱਕ ਨਹੀਂ, ਤੁਸੀਂ ਮੰਨੋ ਤਾਂ 2 ਐਮਰਜੈਂਸੀਜ਼ ਲੱਗੀਆਂ ਹੋਈਆਂ ਨੇ ਸਿਹਤ ਦੇ ਪ੍ਰਤੀ, ਕਿਉਂਕਿ ਪਹਿਲੀ ਤਾਂ COVID-19 ਨੂੰ ਲੈ ਕੇ ਐਮਰਜੈਂਸੀ ਲੱਗੀ ਹੋਈ ਹੈ ਤੇ ਦੂਜੀ ਓਵਰਡੋਜ਼ ਨੂੰ ਲੈ ਕੇ। ਜਿੰਨੀਆਂ ਮੌਤਾਂ BC ਦੇ ਵਿੱਚ COVID-19 ਦੇ ਨਾਲ ਨਹੀਂ ਹੋ ਰਹੀਆਂ, ਉਦੋਂ ਜ਼ਿਆਦਾ ਮੌਤਾਂ ਓਵਰਡੋਜ਼ ਦੇ ਨਾਲ 1 ਮਹੀਨੇ ਦੇ ਵਿੱਚ ਰਿਪੋਰਟ ਕੀਤੀਆਂ ਜਾ ਰਹੀਆਂ ਨੇ। ਕੋਵਿਡ ਦੇ ਵੀ ਕੇਸ ਉਸ ਤਰਫੋਂ ਬਹੁਤ ਜ਼ਿਆਦਾ ਵੱਧ ਰਹੇ ਨੇ, ਤਾਂ ਕਰਕੇ ਮਾਸਕ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਤੇ ਹੋਰ ਵੀ ਬਹੁਤ ਸਾਰੇ ਜੋ ਮੈਂਡੇਟ ਦਿੱਤੇ ਗਏ ਹੈਗੇ ਨੇ। ਕੀ ਕੁਝ ਹੋ ਰਿਹਾ ਪੂਰੇ ਅਮਰੀਕਾ ਦੇ ਵਿੱਚ, ਪੂਰੇ ਕੈਨੇਡਾ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ, ਇਸ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਮੇਰੇ ਨਾਲ ਵਰਚੁਅਲ ਤੌਰ ਦੇ ਉੱਤੇ ਜੁੜੇ ਹੋਏ ਨੇ ਡਾਕਟਰ ਪ੍ਰਗਟ ਸਿੰਘ ਪੁਰਜੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਪੁਰਜੀ, ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਅਰਸ਼ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं मिस सी ਉਹਦੇ ਲਈ ਮੈਂ ਮਾਫੀ ਮੰਗ ਲੈਣਾ, ਬਟ ਮੇਰੀ ਸਿਹਤ ਬਿਲਕੁਲ ਠੀਕ ਸੀ। ਸਿਹਤ ਅੱਗੇ ਨਾਲੋਂ ਵੀ ਵਧੀਆ ਹੋ ਗਈ ਆ ਔਰ ਮੇਰਾ weight ਥੋੜਾ ਘਟ ਗਿਆ, ਬੈਲਟ ਸਾਈਜ਼ ਵੀ ਅੰਦਰ ਜਾ ਰਹੀ ਆ। ਸੋ ਮੈਂ ਆਪਣੇ ਉੱਤੇ ਪਰਿਸ਼ਰਮ ਕਰ ਰਿਹਾ ਸੀ, ਬਟ ਤੁਹਾਡੇ ਨਾਲ ਮੇਰਾ ਪਿਆਰ ਹੈ, ਮੁਹੱਬਤ ਹੈ ਕਰਦਾ। ਹਰ ਹਫਤੇ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ। ਅਸੀਂ ਤੁਹਾਨੂੰ ਆਲਵੇਜ਼, ਜਦੋਂ ਅਸੀਂ ਸਕਰੀਨ ਤੇ ਨਹੀਂ ਹੁੰਦੇ ਤਾਂ ਤੁਹਾਨੂੰ ਮਿਸ ਕਰਦੇ ਹੈਗੇ ਆ, ਸਾਡੇ ਵਿਊਅਰਸ ਮਿਸ ਕਰਦੇ ਹੈਗੇ ਕਿ ਡਾਕਟਰ ਪੁਰਜੀ ਤੋਂ ਇਨਫੋਰਮੇਸ਼ਨ ਨਹੀਂ ਮਿਲੀ ਹੈਗੀ, ਪਰ ਅੱਜ ਪ੍ਰੋਪਰ ਇਨਫੋਰਮੇਸ਼ਨ ਅਸੀਂ ਦਰਸ਼ਕਾਂ ਤੱਕ ਪਹੁੰਚਾਉਣੀ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਇਹ ਦੱਸੋ ਕਿ ਕੋਵਿਡ ਨੂੰ ਲੈ ਕੇ ਕੀ ਹਾਲ ਚਾਲ ਹੈ ਪੂਰੀ ਦੁਨੀਆ ਦੇ ਵਿੱਚ? ਦੇਖੋ, ਇਹ ਮਹਾਮਾਰੀ ਤਾਂ ਕੋਈ ਵੀ ਧਰਤੀ ਦਾ ਕੋਣਾ ਨਹੀਂ ਹੈ ਜਿੱਥੇ ਨਾ ਆਪੜੀ ਹੋਏ। ਪੂਰੇ ਸੰਸਾਰ 'ਚ ਰੋਗ ਫੈਲ ਚੁੱਕਿਆ ਔਰ ਬਿਲਕੁਲ ਜਿਹੜਾ ਅੱਜ ਤੋਂ 100 ਵਰੇ ਪਹਿਲੋਂ ਸਪੈਨਿਸ਼ ਫਲੂ ਦਾ ਪੈਟਰਨ ਸੀ ਉਹੀ ਫੋਲੋ ਕਰ ਰਿਹਾ। ਮੇਰੀ ਮੁਰਾਦ ਹੈ ਜਿਹੜੀ ਅਸੀਂ ਹੁਣ ਸੈਕੰਡ ਵੇਵ ਦੇਖ ਰਹੇ ਹਾਂ, ਉਦੋਂ ਵੀ 100 ਵਰੇ ਪਹਿਲੋਂ ਜਿਹੜੀ ਇਨਫਲੂਐਂਜ਼ਾ ਦੀ ਸੈਕੰਡ ਵੇਵ ਸੀ ਸਪੈਨਿਸ਼ ਫਲੂ ਦੀ, ਬੜੀ ਘਾਤਕ ਸੀ ਔਰ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ ਵੀ ਘਾਤਕ ਸਾਬਿਤ ਹੋ ਰਹੀ ਆ। ਜਿਹੜੀ ਕੰਟਰੀਆਂ 'ਚ ਟੈਂਪਰੇਚਰ ਅਜੇ ਥੋੜਾ ਠੀਕ ਆ, ਲੋਕੀ ਬਾਹਰ ਤੁਰੇ ਫਿਰਦੇ ਆ, ਉੱਥੇ ਥੋੜੀ ਜਿਹੀ ਮੈਂ ਕਹੂੰਗਾ ਸਥਿਤੀ ਜਿੱਦਾਂ ਸਾਡੇ ਸਮਰ ਦੇ ਵਿੱਚ ਨਹੀਂ ਸੀ, ਬੜੀ ਵਧੀਆ ਸੀ। ਉਹ ਹੈਗੀ ਜਦੋਂ ਇਹ ਸਿਆਲ ਹੋਣੇ ਸ਼ੁਰੂ ਹੋਏ, ਬਿਲਕੁਲ ਸਾਡੀ ਪਟੜੀ ਵਾਂਗਰ ਉਹਨਾਂ ਦੇ ਕੇਸਿਸ ਵੀ ਧੜਾ ਧੜ ਵੱਧਣੇ ਸ਼ੁਰੂ ਹੋ ਜਾਣੇ ਆ। ਹੁਣ ਗੱਲ ਇਹ ਸਾਹਮਣੇ ਆਉਂਦੀ ਆ ਵੀ ਨਾ ਇਹਦੇ ਪ੍ਰਤੀ ਕੋਈ ਦਵਾਈ ਹੈਗੀ ਆ, ਇਹ ਵਾਇਰਸ ਹੈਗਾ, ਇਹਦੇ ਪ੍ਰਤੀ ਵੈਕਸੀਨਸ ਜਿਹੜੀਆਂ ਹੈਗੀਆਂ ਉਹਦੀਆਂ ਅੱਛੀਆਂ ਖਬਰਾਂ ਆ ਰਹੀਆਂ, ਲੇਕਿਨ ਸੰਸਾਰ ਦੇ ਵਿੱਚ 60 ਮਿਲੀਅਨ ਤੋਂ ਉੱਤੇ ਲੋਕਾਂ ਨੂੰ ਇਹ ਹੋ ਚੁੱਕਿਆ। ਕਰੀਬਨ 1.4 ਮਿਲੀਅਨ ਲੋਕ ਇਸ ਤੋਂ ਆਪਣੀ ਜਾਨ ਗਵਾ ਬੈਠੇ ਆ। ਅਮਰੀਕਾ 13 ਮਿਲੀਅਨ ਤੋਂ ਉੱਤੇ ਚੱਲ ਰਿਹਾ। ਅੱਜ ਮੇਰੇ 1000 ਤੋਂ ਜ਼ਿਆਦਾ ਕੇਸਿਸ ਸੀ ਉੱਥੇ ਔਰ ਉਹਨਾਂ ਦੀ ਮੌਤ ਦੀ ਦਰ ਵੀ ਉਸ ਹਿਸਾਬ ਨਾਲ ਵਧੀ ਜਾ ਰਹੀ ਆ। ਇੰਡੀਆ ਦੇ ਵਿੱਚ ਵੀ ਕੇਸਿਸ ਜ਼ਿਆਦਾ, ਕੈਨੇਡਾ ਦੇ ਵਿੱਚ ਵੀ 3.5 ਲੱਖ ਤੋਂ ਉੱਤੇ ਹੋ ਗਏ ਕੇਸਿਸ ਔਰ 11,400-500 ਡੈਥ ਹੈਗੀਆਂ ਔਰ ਇਹ ਸਿਲਸਿਲਾ ਵੱਧਦਾ ਰਹਿਣਾ ਜਦ ਤੱਕ ਅਸੀਂ ਪੂਰੇ ਕੈਨੇਡਾ ਨੂੰ ਵੈਕਸੀਨੇਟ ਨਹੀਂ ਕਰ ਲੈਂਦੇ। ਹੁਣ ਜਦੋਂ ਵੈਕਸੀਨੇਸ਼ਨ ਦੀ ਗੱਲ ਹੁੰਦੀ ਆ, 2 ਵੱਡੀਆਂ ਕੰਪਨੀਆਂ ਜਿਹੜੀਆਂ ਨਾਰਥ ਅਮਰੀਕਾ ਦੇ ਵਿੱਚ, ਇੱਕ ਹੈਗੀ ਆ ਫਾਈਜ਼ਰ ਤੇ ਦੂਜੀ ਹੈਗੀ ਮੋਡਰਨਾ। ਇਹ ਦੋਵਾਂ ਦੀ ਟੈਕਨੋਲੋਜੀ ਲਗਭਗ ਸੇਮ ਆ, ਜਿਹੜੀ ਮੈਸੇਂਜਰ RNA ਵਾਂਗਰ ਹੁੰਦੀ ਆ ਵੀ ਜਿਹੜਾ ਮੈਸੇਜ ਦਿੰਦਾ ਵਾਇਰਸ ਨੂੰ ਰੈਪਲੀਕੇਟ ਜਾਂ ਡਿਵਾਈਡ ਕਰਨ ਦਾ, 1 ਤੋਂ 2, 2 ਤੋਂ 4, 4 ਤੋਂ 16, ਉਹਨੂੰ ਬਲੌਕ ਕਰਦਾ। ਸੋ ਜਿਹੜੀ ਪ੍ਰੋਟੀਨ ਹੈ, ਸਪਾਈਕ ਪ੍ਰੋਟੀਨ ਸੈੱਲ 'ਚ ਜਾਣ ਵਾਸਤੇ ਉਹਨੂੰ ਅਲਾਉ ਨਹੀਂ ਕਰਦਾ ਵਾਇਰਸ ਨੂੰ। ਔਰ ਇਹਦੇ ਵਿੱਚ ਵਾਇਰਸ ਦਾ ਕੋਈ ਲਾਈਵ ਪਾਰਟੀਕਲ ਨਹੀਂ ਹੈ ਵੈਕਸੀਨ ਦੇ ਵਿੱਚ। ਇਹਦੇ ਵਿੱਚ ਇੱਕ ਕਿਸਮ ਦਾ ਲਾਈਪੋਪ੍ਰੋਟੀਨ ਹੈਗਾ ਜਿਹੜਾ ਵੈਂਕੂਵਰ ਦੀ ਐਕੁਟਿਸ ਬਾਇਓਟੈਕ ਕੰਪਨੀ ਨੇ ਫਾਈਜ਼ਰ ਨੂੰ ਦਿੱਤਾ ਸੀ। ਇਹਦੀ ਟ੍ਰਾਇਲਸ ਬੜੀਆਂ ਸੋਹਣੀਆਂ ਆਈਆਂ ਔਰ ਕਰੀਬਨ ਹਫਤੇ 2 ਹਫਤੇ ਤੱਕ ਟ੍ਰਾਇਲਸ ਇਹਦੀ ਦੋਵਾਂ ਦੀ ਫਿਨਿਸ਼ ਹੋ ਰਹੀਆਂ। ਇਹ ਆਲਰੇਡੀ ਅਮਰੀਕਾ ਦੇ ਵਿੱਚ ਐਮਰਜੈਂਸੀ ਵੈਕਸੀਨੇਸ਼ਨ ਦੇ ਲਈ ਅਪਲਾਈ ਕਰ ਚੁੱਕੇ ਆ ਔਰ ਉਹਨਾਂ ਨੂੰ ਗ੍ਰਾਂਟ ਵੀ ਮਿਲ ਜਾਊਗੀ ਔਰ ਦੋਵਾਂ ਦੀ ਕਰੀਬਨ 95% ਇਫੈਕਟਿਵਨੈਸ। ਇਹ ਬੜੀ ਚੰਗੀ ਗੱਲ ਹੈਗੀ ਹੈ। ਜੀ ਡਾਕਟਰ ਪੁਰਜੀ, ਜਿੱਦਾਂ ਤੁਸੀਂ ਦੱਸਿਆ ਕਿ ਮੋਡਰਨਾ ਤੇ ਫਾਈਜ਼ਰ ਦੀਆਂ ਵੈਕਸੀਨ ਨੂੰ ਲੈ ਕੇ ਚੰਗੀ ਖਬਰ ਹੈ ਕਿ ਉਹਨਾਂ ਦੀ 95% ਵਧੀਆ ਇਹ ਦਵਾਈ ਹੈਗੀ ਹੈ ਕਿ ਜੇ ਅਸੀਂ ਕੋਈ ਵੈਕਸੀਨ ਦੀ ਗੱਲ ਕਰੀਏ ਤਾਂ 70 ਤੋਂ 80% ਹੋਣੀ ਚਾਹੀਦੀ ਹੈ ਕਿ ਉਹ ਇਫੈਕਟਿਵ ਹੋਵੇ, ਪਰ ਇਹ 95% ਹੈ ਜੋ ਕਿ ਵਧੀਆ ਗੱਲ ਹੈ। ਪਰ ਹੁਣ ਉਧਰੋਂ ਜੋ ਆਕਸਫੋਰਡ ਦੀ ਐਸਟਰਾਜੈਨਿਕਾ, ਉਹਨਾਂ ਨੇ ਵੀ ਕਹਿ ਦਿੱਤਾ ਕਿ ਸਾਡੀ 90% ਜਿਹੜੀ ਉਹ ਇਫੈਕਟਿਵ ਹੈਗੀ ਹੈ ਵੈਕਸੀਨ। ਹੁਣ ਮੋਡਰਨਾ ਤੇ ਐਸਟਰਾਜੈਨਿਕਾ ਦਾ ਕੀ ਫਰਕ ਹੈ? ਨਹੀਂ, ਉਹਨਾਂ ਨੇ ਜਿਹੜੀ ਆਕਸਫੋਰਡ ਵਾਲੀ ਉਹ ਕਹਿੰਦੇ ਆ ਵੀ ਸਾਡਾ ਪ੍ਰੀਲਿਮਿਨਰੀ ਡੇਟਾ ਸ਼ੋ ਕਰਦਾ 70% ਤਾਂ ਹੈਗੀ ਆ, ਬਟ ਜਦ ਤੱਕ ਸਾਡੀ ਸਟੱਡੀ ਮੁਕੰਮਲ ਹੋਏਗੀ ਹੋਰ ਇਹ ਵਧੂਗਾ। ਲੇਕਿਨ ਪ੍ਰੋਬਲਮ ਇਹ ਖੜੀ ਹੋ ਗਈ ਆ ਵੀ ਉਹ ਸਟੱਡੀ ਦਾ ਡੇਟਾ ਸ਼ੇਅਰ ਨਹੀਂ ਕਰ ਰਹੇ। ਉਹ ਬੋਲੀ ਜਾ ਰਹੇ ਆ ਲੇਕਿਨ ਕਿਸੇ ਵੀ ਇੰਡੀਪੈਂਡੈਂਟ ਆਰਗੇਨਾਈਜੇਸ਼ਨ ਨੂੰ ਆਪਣੀ ਸਟੱਡੀ ਦਾ ਉਹਨਾਂ ਨੇ ਡੇਟਾ ਨਹੀਂ ਦੱਸਿਆ। ਸੋ ਠੀਕ ਹੈ,
ਮਤਲਬ ਅਸੀਂ ਉਹਨਾਂ ਦੇ ਉੱਤੇ ਵਿਸ਼ਵਾਸ ਤਾਂ ਕਰਦੇ ਹਾਂ, ਲੇਕਿਨ ਜਦੋਂ ਫਾਈਜ਼ਰ ਕਹਿੰਦਾ, ਮੋਡਰਨਾ ਕਹਿੰਦਾ, ਉਹ ਇੰਡੀਪੈਂਡੈਂਟ ਰਿਵਿਊ ਬੋਰਡ ਨੂੰ ਆਪਣਾ ਡੇਟਾ ਦਿੰਦੇ ਆ, ਤਾਂ ਉਹ ਕਹਿੰਦੇ ਆ, ਉਹ ਡੇਟਾ ਰਿਵਿਊ ਕਰਨ ਵਾਲਾ ਬੋਰਡ ਵੀ ਉਹਨਾਂ ਦੇ ਨਾਲ ਸਹਿਮਤ ਹੁੰਦਾ। ਅੱਜ ਅਮਰੀਕਾ ਦੇ ਵਿੱਚ ਹਲਾਹਲ ਮੱਚੀ ਹੋਈ ਆ ਵੀ ਐਸਟਰਾਜੈਨੇਕਾ ਕਹੀ ਜਾਂਦਾ 70% ਕਿੱਥੇ ਆ, ਸਾਡੇ ਡੇਟਾ ਹੀ ਨਹੀਂ ਆ। ਐਨੀਹਾਓ ਚਲੋ ਮੰਨਦੇ ਹਾਂ 70% ਇਫੈਕਟਿਵ ਹੈ। ਹੁਣ ਮੈਂ ਥੋੜਾ ਜਿਹਾ ਨਿਕਲਣਾ ਚਾਹੁੰਦਾ ਆਕਸਫੋਰਡ ਵੈਕਸੀਨ, ਜਿਹੜੀ ਯੂਕੇ ਦੇ ਵਿੱਚ ਐਸਟਰਾਜੈਨੇਕਾ ਔਰ ਬਹੁਤ ਅੱਛੀ ਉਹਨਾਂ ਨੇ ਟ੍ਰਾਇਲ ਕੀਤੀ ਆ। ਉਹ ਕਹਿੰਦੇ ਘੱਟ ਤੋਂ ਘੱਟ ਸਾਡੀ 70% ਇਫੈਕਟਿਵ ਹੈ ਜੀ ਜੀ। ਔਰ ਕਹਿੰਦੇ ਜਿਹੜੇ ਬਜ਼ੁਰਗ ਆ ਜਿਨ੍ਹਾਂ 'ਚ ਅਗਰ ਕੋਵਿਡ ਹੁੰਦਾ ਤੇ ਉੱਥੇ ਇਹਦੀ ਮਾਰ ਜ਼ਿਆਦਾ ਆ, ਉਹਨਾਂ ਨੂੰ ਜ਼ਿਆਦਾ ਐਡਮਿਸ਼ਨ, ਜ਼ਿਆਦਾ ਆਈਸੀਯੂ 'ਚ ਜਾਣਾ ਪੈਂਦਾ। ਔਰ ਕੈਨੇਡਾ ਦੇ ਵਿੱਚ 90% ਜਿਹੜੀ ਮੌਤ ਹੋਈਆਂ 65 years ਐਂਡ ਅਬਵ ਦੇ ਏਜ ਗਰੁੱਪ 'ਚ ਹੋਈਆਂ ਜੀ। ਸੋ ਉਹਨਾਂ 'ਚ ਐਂਟੀਬਾਡੀ ਰਿਸਪੌਂਸ ਬਹੁਤ ਵਧੀਆ ਦਿੰਦੀ ਸਾਡੀ ਵੈਕਸੀਨ ਆਕਸਫੋਰਡ ਵਾਲੀ। ਇੱਕ ਐਡਵਾਂਟੇਜ ਹੈਗਾ, ਸਟੋਰੇਜ ਵਾਸਤੇ ਫ੍ਰੀਜ਼ਰ ਦੀ ਲੋੜ ਨਹੀਂ ਹੈ, ਸੋ ਈਜ਼ੀਲੀ ਪੂਰੇ ਵਰਲਡ ਦੇ ਵਿੱਚ ਉਹਨੂੰ ਡਿਸਟ੍ਰੀਬਿਊਟ ਕੀਤਾ ਜਾ ਸਕਦਾ। ਹੁਣ ਅਗਰ ਆਪਾਂ ਆਈਏ ਫਾਈਜ਼ਰ 'ਚ ਤੇ ਉਹਨੂੰ -70 ਡਿਗਰੀ ਘੱਟ ਤੋਂ ਘੱਟ ਚਾਹੀਦਾ, -70 ਤੋਂ -80 ਡਿਗਰੀ ਸਟੋਰੇਜ ਵਾਸਤੇ। ਅਗਰ ਉਹ ਕੱਢਦੇ ਆ ਤੇ 3 ਤੋਂ 5 ਦਿਨ ਬਾਅਦ ਫ੍ਰਿਜ ਦੇ ਵਿੱਚ ਉਹ ਖਤਮ ਹੋ ਜਾਂਦੀ ਵੈਕਸੀਨ, ਉਹਦਾ ਜਿਹੜਾ ਅਸਰ ਚਲਾ ਜਾਂਦਾ। ਮੋਡਰਨਾ ਉਹਨੂੰ ਘੱਟ ਤੋਂ ਘੱਟ -20 ਡਿਗਰੀ ਚਾਹੀਦਾ ਔਰ ਉਹ ਕਹਿੰਦੇ ਆ ਫ੍ਰਿਜ ਦੇ ਵਿੱਚ ਮਹੀਨਾ ਕੁ ਇਹ ਚੱਲ ਸਕਦੀ ਆ। ਹੁਣ ਇਹ ਦੋਵੇਂ ਵੈਕਸੀਨ ਜਿਹੜੀਆਂ $50 US ਦੀਆਂ ਹੈਗੀਆਂ, 2 ਟੀਕੇ ਲੱਗਣੇ ਆ, ਮਤਲਬ ਇੱਕ ਇਨਸਾਨ ਦੇ ਉੱਤੇ $100 US ਦਾ ਖਰਚਾ ਹੋਊਗਾ। ਪਹਿਲਾ ਟੀਕਾ ਜਦੋਂ ਲੱਗੂਗਾ ਉਹਦੇ 28 ਦਿਨ ਬਾਅਦ ਦੂਜਾ ਟੀਕਾ ਲੱਗੂਗਾ, ਕਿਉਂਕਿ ਸਾਡਾ ਇਮਿਊਨ ਸਿਸਟਮ, ਉਹਦੀ ਮੈਮਰੀ ਬੂਸਟ ਹੋਏ, ਜ਼ਿਆਦਾ ਐਂਟੀਬਾਡੀਜ਼ ਬਣਨ, ਜ਼ਿਆਦਾ ਫਾਈਟਿੰਗ ਵਾਲੇ ਸੈਲਸ ਬੋਡੀ ਦੇ ਵਿੱਚ ਬਣਨ ਜੀ। ਸੇਮ ਆਕਸਫੋਰਡ ਵਾਲੇ ਵੀ ਕਹਿੰਦੇ 2 ਟੀਕੇ ਲੱਗਣਗੇ, ਲੇਕਿਨ ਵਾਲੇ ਕਹਿੰਦੇ ਵੀ ਅਸੀਂ ਜਿਹੜਾ ਵੈਕਸੀਨ ਹੈ ਉਹ 5 ਪਾਉਂਡ ਦਾ ਰੱਖਣਾ, ਮੀਨਸ $10 ਦਾ। ਸੋ ਇੱਕ ਸਸਤਾ ਪਊਗਾ, ਰੇਡੀਲੀ ਅਵੇਲੇਬਲ ਹੋ ਜਾਊਗਾ, ਉਹਨੂੰ ਸਟੋਰੇਜ ਦੀ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਸੰਸਾਰ 'ਚ ਬੜੇ ਮੁਲਕ ਇਹੋ ਜਿਹੇ ਜਿੱਥੇ ਬਿਜਲੀ ਵੀ ਨਹੀਂ ਹੈਗੀ ਜੀ, ਰਾਈਟ? ਸੋ -70 ਵਾਲਾ ਫ੍ਰੀਜ਼ਰ ਕਿੱਥੋਂ ਲੈ ਕੇ ਜਾਓਗੇ? ਬਿਲਕੁਲ। ਆਉਣ ਵਾਲੇ ਸਮੇਂ 'ਚ ਹੋਰ ਕੰਪਨੀਆਂ ਵੀ ਅੱਗੇ ਹੋਣਗੀਆਂ ਕਿ ਆਪਣੀ ਵੈਕਸੀਨ ਟ੍ਰਾਇਲਸ ਜੇ ਮੁਕੰਮਲ ਕਰ ਰਹੀਆਂ। ਕੈਨੇਡਾ ਵਿੱਚ ਮੈਡੀਕਾਕੋ ਕਰਕੇ ਕੰਪਨੀ ਆ, MEDICAGO, ਉਹ ਦਰਖਤਾਂ ਦੇ ਸੈਲਸ ਤੋਂ ਬਣਾ ਰਹੀ ਆ। 70 ਮਿਲੀਅਨ ਡੋਜ਼ ਦਾ ਆਰਡਰ ਦਿੱਤਾ, $173 ਮਿਲੀਅਨ ਮਾਨਯੋਗ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਦਿੱਤੇ ਆ। ਉਹਨਾਂ ਦੀ ਫੇਜ਼ 1 ਟ੍ਰਾਇਲ ਮੁਕੰਮਲ ਹੋ ਗਈ ਆ, ਬਹੁਤ ਵਧੀਆ ਚੱਲੀ ਆ। ਫੇਜ਼ 2 ਅਜੇ ਹੁਣ ਸ਼ੁਰੂ ਹੋਣੀ ਹੈ, ਫਿਰ ਫੇਜ਼ 3। ਜਦੋਂ ਹੁਣ ਅਮਰੀਕਾ ਦੇ ਵਿੱਚ ਦੁਬਾਰਾ ਐਂਟਰੀ ਕਰੀਏ, ਉੱਥੇ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਮਾਨਤਾ ਇਹ ਦੋਵਾਂ ਨੂੰ ਵੈਕਸੀਨ ਨੂੰ ਦੇ ਦੇਣੀ ਆ, ਜਿਹੜੀ ਫਾਈਜ਼ਰ ਦੀ ਔਰ ਮੋਡਰਨਾ ਦੀ ਆ ਜੀ। ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਵੈਕਸੀਨੇਸ਼ਨ ਦਸੰਬਰ ਦੇ ਦੂਜੇ-ਤੀਜੇ ਹਫ਼ਤੇ ਤੱਕ ਹੋਣ ਦੀ ਸੰਭਾਵਨਾ ਸਾਹਮਣੇ ਨਜ਼ਰ ਆ ਰਹੀ ਹੈ। ਹੋ ਸਕਦਾ 1-2 ਹਫ਼ਤੇ ਹੋਰ ਡਿਲੇ ਹੋ ਜਾਏ ਜੀ। ਹੁਣ ਪਤਾ ਇਹ ਪੈਂਦਾ ਵੀ ਕੈਨੇਡਾ ਦੀ ਸਰਜ਼ਮੀਨ ਦੇ ਉੱਤੇ ਕੋਈ ਵੀ ਬਾਇਓਟੈਕ ਕੰਪਨੀ ਨਹੀਂ ਹੈ ਜਿਹੜੀ ਵੈਕਸੀਨ ਬਹੁਤ ਛੇਤੀ ਬਣਾ ਸਕਦੀ ਹੈ। ਬਿਲਕੁਲ। ਇਸ ਲਈ ਅਸੀਂ ਜਿੱਦਾਂ ਨਹੀਂ ਹੱਥ ਜੋੜ ਕੇ ਲਾਈਨ 'ਚ ਲੱਗੇ, ਪੈਸੇ ਤਾਂ ਭਰ ਦਿੱਤੇ ਆ, ਲੇਕਿਨ ਸਾਡੀ ਟਿਕਟ ਦੀ ਵਾਰੀ ਕਦੋਂ ਆਉਣੀ ਉਹ ਨਹੀਂ ਪਤਾ। ਜਿੱਦਾਂ ਦੇ ਵਿੱਚ ਜਦੋਂ ਨਾ ਬਹੁਤ ਮੂਵੀਜ਼ ਦਾ ਦੌਰ ਹੁੰਦਾ ਸੀ, ਹਨਾ, ਤਾਂ ਲਾਈਨ 'ਚ ਲੱਗ ਕੇ ਸਿਨੇਮਾ ਦੀ ਟਿਕਟ ਲੈਣੀ ਪੈਂਦੀ ਸੀ। ਜਦ ਤੱਕ ਖਿੜਕੀ ਦੀ ਵਾਰੀ ਆਉਂਦੀ ਤਦ ਤੱਕ ਹਾਊਸਫੁਲ ਹੋ ਜਾਂਦਾ ਸੀ ਕਈ ਵਾਰ, ਹਨਾ। ਨੈਕਸਟ ਜਿੱਦਾਂ ਵੀ 3 ਤੋਂ 6 ਦਾ ਸ਼ੋਅ ਆ, ਫਿਰ 6 ਤੋਂ 9 ਦੇ ਸ਼ੋਅ ਦੀ ਟਿਕਟ ਲੈਣੀ ਪੈਂਦੀ ਸੀ ਕਈ ਵਾਰ। ਸੋ ਕੈਨੇਡਾ ਉਸ ਸਥਿਤੀ 'ਚ ਹੈਗਾ ਵੀ ਕੈਨੇਡਾ ਦੇ ਵਿੱਚ ਮਾਰਚ-ਅਪ੍ਰੈਲ ਤੋਂ ਪਹਿਲਾਂ ਵੈਕਸੀਨ ਨਹੀਂ ਹੋਣੀ, ਕਿਉਂਕਿ ਉਹਨਾਂ ਨੇ ਦੇਖੋ, ਇਹ ਮੋਡਰਨਾ ਔਰ ਫਾਈਜ਼ਰ ਆ, ਇਹ ਮੋਸਟਲੀ ਅਮਰੀਕਨ ਬੇਸਡ ਕੰਪਨੀ ਆ, ਇਹਨਾਂ ਨੇ ਉੱਥੇ ਸਪਲਾਈ ਦੇਣੀ ਆ। ਬਾਅਦ ਚੋਂ ਜਦੋਂ ਮਾਸ ਪ੍ਰੋਡਕਸ਼ਨ ਹੋਇਆ, ਉਸ ਤੋਂ ਥੋੜੇ ਡੋਜ਼ਸ 10 ਮਿਲੀਅਨ ਲੋਕਾਂ ਨੂੰ, ਕਿਉਂਕਿ 20 ਮਿਲੀਅਨ ਡੋਜ਼ ਫਾਈਜ਼ਰ ਦੇ ਤੇ 20 ਮਿਲੀਅਨ ਡੋਜ਼ ਮੋਡਰਨਾ ਦੇ ਅਸੀਂ ਪੈਸੇ ਭਰ ਚੁੱਕੇ ਆ। ਸੋ 10 ਮਿਲੀਅਨ ਤੇ 10 ਮਿਲੀਅਨ 20 ਮਿਲੀਅਨ ਨੂੰ ਟੀਕੇ ਲੱਗ ਸਕਦੇ ਆ। ਜਿਹੜੇ ਪਹਿਲੇ ਟੀਕੇ ਹੈਗੇ ਆ, ਉਹ ਨਾ ਤੁਹਾਨੂੰ ਲੱਗਣੇ ਆ ਤੇ ਨਾ ਮੈਨੂੰ ਲੱਗਣੇ ਆ ਜੀ। ਉਹ ਲੱਗਣੇ ਬਜ਼ੁਰਗਾਂ ਨੂੰ 65+, ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਆ, ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਆ, ਜਾਂ ਜਿਨ੍ਹਾਂ 'ਚ ਅਗਰ ਕੋਵਿਡ ਹੋ ਜਾਂਦਾ ਤੇ ਉਹਨਾਂ ਨੂੰ ਟਰਬਲ ਜ਼ਿਆਦਾ ਹੋਗੀ। ਦੂਜੇ ਹੈਗੇ ਆ ਹੌਸਟਲ 'ਚ ਕੰਮ ਕਰਨ ਵਾਲੇ, ਜਿਵੇਂ ਨਰਸਿਸ ਆ, ਡਾਕਟਰਸ ਹੈਗੇ ਆ, ਐਮਰਜੈਂਸੀ 'ਚ, ICU 'ਚ, ਰੈਸਪੀਰੇਟਰੀ ਥੈਰੇਪਿਸਟ ਤੇ ਹੋਰ ਸਪੋਰਟਿੰਗ ਸਟਾਫ ਜਿਹੜਾ ਹੈਗਾ, ਜਾਂ ਫਸਟ ਰਿਸਪੌਂਡਰ ਜਿਹੜੇ ਪੁਲਿਸਮੈਨ ਹੈਗੇ ਆ, ਫਾਇਰ ਐਂਬੂਲੈਂਸ ਵਾਲੇ ਹੈਗੇ ਆ, ਉਹ ਜਾਂਦੇ ਆ ਕਿਉਂਕਿ ਉਹਨਾਂ ਨੂੰ ਅਗਰ ਕਿਸੇ ਦੇ ਘਰ ਕੋਵਿਡ ਅੱਗ ਲੱਗੀ, ਉਹਨਾਂ ਤਾਂ ਜਾਣਾ ਪੈਣਾ, ਰਾਈਟ, ਬਚਾਉਣ ਵਾਸਤੇ। ਤਾਂ ਉਹਨਾਂ ਨੂੰ ਤੇ ਤੀਜੇ ਹੈਗੇ ਆ ਇੰਡੀਜੀਨੀਅਸ, ਜਿਹੜੇ ਸਾਡੇ ਨੇਟਿਵ ਬਾਸ਼ਿੰਦੇ, ਜਿਨ੍ਹਾਂ ਦੀ ਧਰਤੀ ਦੇ ਉੱਤੇ ਅਸੀਂ ਬੈਠੇ ਹੋਏ ਹਾਂ, ਉਹਨਾਂ ਨੂੰ ਲੱਗੂਗੀ, ਕਿਉਂਕਿ ਉਹਨਾਂ 'ਚ ਅਗਰ ਕੋਵਿਡ ਹੁੰਦਾ ਤੇ ਬਹੁਤ ਜ਼ਿਆਦਾ ਹੁੰਦਾ। ਉਹਦੇ ਬਾਅਦ ਹੌਲੀ-ਹੌਲੀ ਆਵਾਮ ਨੂੰ ਲੱਗਦਾ ਸਾਲ ਲੱਗ ਜਾਣਾ। ਅਸੀਂ ਦੇਖ ਲਓ, ਨੋਟ ਕਰ ਲਓ, ਅੱਜ ਨਵੰਬਰ 25 ਆ, ਅਗਲੀ ਨਵੰਬਰ 'ਚ, ਅੱਜ ਤੋਂ 12 ਮਹੀਨੇ ਬਾਅਦ ਕੈਨੇਡਾ ਦੇ ਵਿੱਚ ਪੂਰੀ ਤਰ੍ਹਾਂ ਵੈਕਸੀਨੇਸ਼ਨ ਮੁਕੰਮਲ ਹੋਣ ਦੀ ਸੰਭਾਵਨਾ ਹੈਗੀ ਆ, ਹਰ ਇੱਕ ਪ੍ਰਾਣੀ ਨੂੰ ਜਿਹੜਾ ਇੱਛੁਕ ਹੈਗਾ।
ਜੀ ਹੁਣ ਗੱਲ ਇੱਕ ਹੈਗੀ ਆ, ਸਿਰਫ 69% ਲੋਕੀ ਕਹਿੰਦੇ ਅਸੀਂ ਵੈਕਸੀਨ ਲਾਉਣੀ ਆ, 31% ਜਿਹੜੇ ਹੈਗੇ ਆ ਅਜੇ ਵੀ ਬਾਗੀ ਹੋਏ ਆ, ਉਹਦੇ ਵਿੱਚੋਂ 19% ਕਹਿੰਦੇ ਅਸੀਂ ਨਹੀਂ ਲਾਉਣੀ, ਜੋ ਮਰਜ਼ੀ ਕਰ ਲਓ, ਇਹ ਵਿਸ਼ਵਾਸ। ਬਾਕੀ ਕਹਿੰਦੇ ਤੁਸੀਂ ਪਹਿਲਾਂ ਲਾ ਲਓ, ਤੁਹਾਨੂੰ ਕੋਈ ਸਾਈਡ ਇਫੈਕਟ ਹੁੰਦਾ ਕਿ ਨਹੀਂ ਹੁੰਦਾ, ਫਿਰ ਅਸੀਂ ਦੇਖਾਂਗੇ। ਹੁਣ ਜਿਹੜੀ ਮੋਡਰਨਾ ਔਰ ਫਾਈਜ਼ਰ ਹੈਗਾ ਜਾਂ ਈਵਨ ਆਕਸਫੋਰਡ ਦਾ, ਜਦੋਂ ਟੀਕਾ ਲਾਉਂਦੇ ਆ ਉੱਥੇ ਪੇਨ ਹੋਊਗਾ, ਸਿਰ ਦਰਦ ਹੋਊਗੀ, ਬੁਖਾਰ ਹੋਊਗਾ, ਮਸਲਸ ਦੇ ਵਿੱਚ ਦਰਦ ਹੋਊਗਾ, ਇਹ ਸਾਰਿਆਂ ਦੇ ਵਿੱਚ ਕਾਮਨ ਆਇਆ 50% ਮੀਨਸ ਹਰ ਦੂਜੇ ਵਿਅਕਤੀ ਨੂੰ। ਲੌਂਗ ਟਰਮ ਕੋਈ ਡੇਟਾ ਨਹੀਂ ਹੈਗਾ, ਲੇਕਿਨ ਸੋ ਫਾਰ ਸੇਫਟੀ ਜਿਹੜੀ ਹੈਗੀ ਆ ਉਹ ਅੱਛੀ ਮੰਨੀ ਜਾ ਰਹੀ ਹੈ। ਸੋ ਸਾਡੇ ਕੋਲ ਇੱਕੋ ਇੱਕ ਸਾਧਨ ਹੈਗਾ ਕੋਵਿਡ ਤੋਂ ਪ੍ਰੋਟੈਕਟ ਹੋਣ ਦਾ, ਉਹ ਹੈਗਾ ਵੈਕਸੀਨੇਸ਼ਨ। ਵੈਕਸੀਨੇਸ਼ਨ ਦੀ ਜਿਹੜੀ ਉਮੀਦ ਦੀ ਰੋਸ਼ਨੀ ਆ ਉਹ ਸਾਡੇ ਸਾਹਮਣੇ ਹੈਗੀ ਆ, ਲੇਕਿਨ ਸਾਡੀ ਝੋਲੀ 'ਚ ਕੈਨੇਡਾ 'ਚ ਵੈਕਸੀਨ ਅਪ੍ਰੈਲ ਦੇ ਲਾਗੇ ਚਾਗੇ ਮੇਬੀ ਅਸੀਂ ਅਗਰ ਲੱਕੀ ਹੋਈਏ ਤੇ ਮਾਰਚ ਦੇ ਵਿੱਚ ਆਣੀ ਸ਼ੁਰੂ ਹੋਏਗੀ। ਬਹੁਤ ਵਧੀਆ ਗੱਲ ਹੈਗੀ ਹੈ ਕਿ ਵੈਕਸੀਨ ਜਿਹੜੀ ਲੱਗਣੀ ਸ਼ੁਰੂ ਹੋ ਜਾਏਗੀ ਅਗਲੇ ਸਾਲ ਤੱਕ, ਚਾਹੇ ਸਾਨੂੰ ਅਗਲੇ ਸਾਲ ਤੱਕ ਇੰਤਜ਼ਾਰ ਕਰਨਾ ਪਵੇ, ਪਰ ਫਿਰ ਵੀ ਬਹੁਤ ਘੱਟ ਸਮੇਂ ਦੇ ਵਿੱਚ ਜਿਹੜੇ ਸਾਇੰਟਿਸਟ ਹੈਗੇ ਉਹਨਾਂ ਨੇ ਇਹ ਖੋਜ ਕਰ ਲਈ ਹੈ। 10 ਮਹੀਨੇ ਬਹੁਤ ਥੋੜਾ ਸਮਾਂ ਹੁੰਦਾ ਕਿਸੇ ਵੈਕਸੀਨ ਨੂੰ ਖੋਜ ਕਰਨ ਦੇ ਲਈ। ਪਰ ਹੁਣ ਇੱਥੇ ਇੱਕ ਇਹ ਵੀ ਕੁਐਸਚਨ ਹੈ ਡਾਕਟਰ ਪੁਰ ਜੀ ਕਿ ਜੇ ਹੁਣ ਵੈਕਸੀਨ ਜਿਹੜੀ ਹੈ ਉਹ ਮੋਡਰਨਾ ਦੀ ਹੈ ਚਾਹੇ ਫਾਈਜ਼ਰ ਦੀ ਹੈ, ਇਹ ਜਿਵੇਂ ਅਸੀਂ ਆਮ ਦਵਾਈਆਂ ਦੀ ਕਈ ਵਾਰੀ ਗੱਲ ਕਰ ਲੈਂਦੇ ਹਾਂ, ਕਈ ਵਾਰੀ ਡਾਕਟਰ ਸਾਨੂੰ ਕਹਿ ਦਿੰਦੇ ਆ ਟੈਨਲ ਲੈ ਲਓ, ਆਈਬੂਪ੍ਰੋਫਨ ਲੈ ਲਓ, ਸਾਲਟ ਇਹਨਾਂ ਦੇ ਵਿੱਚ ਸੇਮ ਹੀ ਹੈਗਾ ਆ। ਸੋ ਕੀ ਇੱਕ ਕੋਈ ਜਿਹੜੀ ਵੈਕਸੀਨ ਆ ਉਹ ਅਪਰੂਵ ਕੀਤੀ ਜਾਊਗੀ ਤਾਂ ਸਾਰੀ ਦੁਨੀਆ ਨੂੰ ਇੱਕੋ ਲੱਗੂਗੀ, ਜਾਂ ਸਾਰੀਆਂ ਜਿੰਨੀਆਂ ਵੀ 3-4 ਅਪਰੂਵ ਹੈਗੀਆਂ ਨੇ, ਸੋ ਜਿਹੜੇ ਦੇਸ਼ ਨਾਲ ਕੰਟਰੈਕਟ ਹੋਇਆ ਸਿਰਫ ਉਸ ਦੇਸ਼ ਨੂੰ ਹੀ ਉਹ ਵਾਲੀ ਵੈਕਸੀਨ ਦਿੱਤੀ ਜਾਏਗੀ? ਸੋ ਫਰਕ ਕੀ ਹੋਊਗਾ ਇਹਨਾਂ ਸਾਰੀਆਂ ਵੈਕਸੀਨਸ ਦੇ ਵਿੱਚ? ਹਾਂਜੀ, ਦੇਖੋ ਇਹ ਨਾ ਜਿੱਦਾਂ ਫ੍ਰੀ ਐਂਟਰਪ੍ਰਾਈਜ਼ ਇੰਡਸਟਰੀ ਹੈਗੀ ਹੈ ਨਾ, ਜਿਵੇਂ ਤੁਹਾਡੇ ਕੋਲ ਟੋਇਟਾ ਹੋਏਗੀ, मेरे को निसान होगी, किसी को होगी, किसी को एक्यूरा होगी, किसी को टेस्ला होगी। जी जी ਜਿਹੜੇ ਨਾ ਚਾਈਨਾ ਦੀਆਂ 4 ਕੰਪਨੀਆਂ ਦੀ ਫੇਜ਼ 3 ਟ੍ਰਾਇਲ ਆਲਮੋਸਟ ਮੁਕੰਮਲ ਹੋ ਚੁੱਕੀ ਆ। ਮੇਰਾ ਇੱਕ ਖਾਸ ਫਰੈਂਡ ਹੈਗਾ, ਉਹ ਹੈਡ ਆਫ ਡਿਪਾਰਟਮੈਂਟ ਹੈਗਾ ਦੁਬਈ, ਕਾਰਡੀਓਲੋਜਿਸਟ ਡਾਕਟਰ ਅਮਰੀਸ਼ ਅਗਰਵਾਲ। ਕੁਝ ਦਿਨ ਪਹਿਲਾਂ ਉਹਦਾ ਬਰਥਡੇ ਸੀ, ਅਸੀਂ ਚੈਟਿੰਗ ਕਰ ਰਹੇ ਸੀ, ਉਹ ਕਹਿੰਦਾ ਵੀ ਉਹਨਾਂ ਨੂੰ ਚਾਈਨੀਜ਼ ਜਿਹੜੀ ਵੈਕਸੀਨ ਲੱਗ ਚੁੱਕੀ ਆ। ਸੋ ਚਾਈਨੀਜ਼ ਵੈਕਸੀਨ ਉਸ ਏਰੀਆ 'ਚ ਮਾਰਕੀਟ 'ਚ ਆ ਚੁੱਕੀ ਆ। ਮੇਰਾ ਇੱਕ ਹੋਰ ਦੋਸਤ ਹੈਗਾ ਮਹਾਰਾਸ਼ਟਰਨ, ਡਾਕਟਰ ਮਹਾਦੇਵ ਭੇੜੇ, ਬੰਬੇ 'ਚ ਹੈਗਾ, ਬਹੁਤ ਵੱਡਾ ਸਰਜਨ ਹੈਗਾ। ਮੈਂ ਕਿਹਾ ਸਨਾਪੁਰਖਾ, ਕਹਿੰਦਾ ਉੱਥੇ ਟ੍ਰਾਇਲ ਚੱਲ ਰਹੀ ਹੈ, ਲੇਕਿਨ ਰਸ਼ੀਅਨ ਵੈਕਸੀਨ ਉਹਨਾਂ ਨੂੰ ਲੱਗ ਚੁੱਕੀ ਹੈ, ਜਿਹੜੇ ਹਸਪੀਟਲ, ਔਰ ਉਹਨੇ ਆਪਣੇ ਆਪ ਨੂੰ ਐਨਰੋਲ ਕੀਤਾ ਸੀ ਟ੍ਰਾਇਲ 'ਚ। ਸੋ ਕਿਤੇ ਨਾ ਕਿਤੇ ਜਿਹੜੇ ਵੈਕਸੀਨੇਸ਼ਨ ਟ੍ਰਾਇਲ ਆਲ ਓਵਰ ਦਾ ਵਰਲਡ ਚੱਲ ਰਹੇ ਨੇ, ਔਰ ਵੱਖ-ਵੱਖ ਕੰਟਰੀ ਦਾ ਵੱਖ-ਵੱਖ ਦੇਸ਼ਾਂ ਦੇ ਨਾਲ ਆਪਣੀ ਗੰਢ ਟੋਕ ਹੈਗੀ ਹੈ। ਸਾਡੀ ਮੋਸਟਲੀ ਅਮਰੀਕਾ ਦੇ ਨਾਲ ਹੀ ਰਹਿਣੀ ਹੈ, ਕਿਉਂਕਿ 90% ਸਾਡਾ ਟ੍ਰੇਡ ਵੀ ਤੇ ਅਮਰੀਕਾ ਦੇ ਨਾਲ ਹੀ ਚੱਲਦਾ। ਹੁਣ ਜਿਹੜੀ ਕੈਨਸਾਈਨੋ ਬਾਇਓਲੋਜਿਕਸ ਹੈਗੀ ਹੈ, ਜਿਹਦੇ ਨਾਲ ਸਾਡਾ ਸਭ ਤੋਂ ਪਹਿਲਾਂ ਸਾਡੀ ਸੰਧੀ ਹੋਈ ਸੀ ਵੀ ਸਾਨੂੰ ਉਹਦੇ ਨਾਲ ਰਲ ਕੇ ਵੈਕਸੀਨ ਜਿਹੜੀ ਹੈਗੀ ਮਿਲੂਗੀ, ਉਹਦੇ ਲਈ ਤੁਸੀਂ ਹੈਰਾਨ ਹੋ ਗਏ ਅਰਜੀ ਵੀ ਸਾਰਾ ਜਿਹੜਾ ਬ੍ਰੇਨ ਮਟੀਰੀਅਲ ਵੀ ਵੈਕਸੀਨ ਕਿੱਦਾਂ ਬਣਾਉਣੀ ਆ, ਕਿੱਦਾਂ ਉਹਨੂੰ ਨੇਤਰੇ ਚਾੜਨਾ, ਅਸੀਂ ਹੈਲੀਫੈਕਸ ਦੀ ਜਿਹੜੀ ਵਾਇਰਸ ਦੀ ਲੈਬ ਆ ਉੱਥੋਂ ਉਹਨਾਂ ਨੂੰ ਦਿੱਤਾ ਬੀਜਿੰਗ 'ਚ। ਉਹਦੇ ਥੋੜੇ ਡਿਪਲੋਮੈਟਿਕ ਇਹਨਾਂ ਦੇ ਰਿਲੇਸ਼ਨਸ ਥੋੜੇ ਸਟ੍ਰੇਨ ਹੋ ਗਏ, ਉਹ ਮਟੀਰੀਅਲ ਅਸੀਂ ਦੇ ਬੈਠੇ, ਵੈਕਸੀਨ ਉਹ ਬਣਾ ਕੇ ਮੌਜਾਂ ਕਰਦੇ ਆ, ਸਾਨੂੰ ਨਹੀਂ ਦੇ ਰਹੇ। ਸੋ ਉਹ ਸਾਡਾ ਜਿਹੜਾ ਕਈ ਵਾਰ ਜਿਹੜੀ ਹੈਗੀ ਨਾ ਤੁਹਾਡੀ ਰਿਲੇਸ਼ਨਸ਼ਿਪਸ ਵੱਧ ਜਾਂਦੇ ਆ, ਟੁੱਟ ਵੀ ਜਾਂਦੇ ਆ, ਕਈ ਚੀਜ਼ਾਂ ਹੁੰਦੀਆਂ। ਸੋ ਇਸ ਲਈ ਸਾਨੂੰ ਉਹ ਆਸ ਜਿਹੜੀ ਖਤਮ ਹੋਈ, ਲੇਕਿਨ 6 ਕੰਪਨੀਆਂ 'ਚ ਫਿਰ ਵੀ ਇਨਵੈਸਟ ਕੀਤਾ ਹੋਇਆ ਮਾਨਯੋਗ ਪ੍ਰਧਾਨ ਮੰਤਰੀ ਤੇ ਹੈਲਥ ਕੈਨੇਡਾ ਨੇ, ਔਰ ਉਹਦੇ ਵਿੱਚ ਮੋਡਰਨਾ ਹੈ, ਫਾਈਜ਼ਰ ਹੈ, ਜੌਨਸਨ ਐਂਡ ਜੌਨਸਨ ਹੈਗੀ ਆ, ਆਕਸਫੋਰਡ ਹੈਗੀ ਆ, ਤੇ 2 ਹੋਰ ਕੰਪਨੀਆਂ ਹੈਗੀਆਂ, ਔਰ ਸਾਰਿਆਂ ਨੂੰ ਬਿਆਨਾ ਵੀ ਦੇ ਚੁੱਕੇ, ਪੈਸੇ ਵੀ ਦੇ ਚੁੱਕੇ ਆ। ਜਿੱਦਾਂ ਨਹੀਂ ਇੱਕ ਹੁੰਦੀ ਵੀ ਤੁਸੀਂ ਟੈਸਲਾ ਲੈਣੀ ਆ 50-60 ਹਜ਼ਾਰ ਦੀ, ਤੁਸੀਂ ਸਾਰੀ ਪੇਮੈਂਟ ਕਰ ਚੁੱਕੇ ਆ, ਅਜੇ ਟੈਸਲਾ ਆਉਣੀ ਆ, ਕਦੋਂ ਆਊਗੀ ਜਾਣਦਾ। ਲੇਕਿਨ ਮੈਨੂੰ ਹੁਣ ਲੱਗ ਰਿਹਾ ਵੀ ਉਹ ਲਾਈਟ ਸਾਹਮਣੇ ਨਜ਼ਰ ਆ ਰਹੀ ਆ, ਕਿਉਂਕਿ ਅਬ ਦਿੱਲੀ ਦੂਰ ਨਹੀਂ ਹੈ, ਇੱਕ ਕਹਾਵਤ ਹੈ, ਨਜ਼ਰ ਆ ਰਹੀ ਹੈ। ਬਿਲਕੁਲ। ਵੈਨਕੂਵਰ ਦੀ ਵੀ ਇੱਕ ਕੰਪਨੀ ਹੈ ਐਲੀ ਲਿਲੀ, ਉਹਦੇ ਨਾਲ ਵੀ 26,000 ਡੋਜ਼ਸ ਦਾ ਕੰਟਰੈਕਟ ਕੀਤਾ ਗਿਆ। ਉਹ ਕੀ ਡਿਫਰੈਂਸ ਆ ਉਸ ਦਵਾਈ ਦਾ ਦੂਜੀਆਂ ਦਵਾਈਆਂ ਦੇ ਨਾਲੋਂ? ਸੇਮ ਹੀ ਆ, ਕਿਉਂਕਿ ਵੈਕਸੀਨੇਸ਼ਨਸ ਜਿਹੜੇ ਹੈਗੇ ਆ, ਹੁਣ ਜਿਹੜੇ ਆਕਸਫੋਰਡ ਦਾ ਵੈਕਸੀਨ ਆ ਉਹਦੇ 'ਚ ਐਕਚੁਅਲੀ ਲਾਈਵ ਜਿਹੜਾ ਡੈਡ ਵਾਇਰਸ ਦਾ ਪਾਰਟੀਕਲ ਹੈਗਾ, ਲੇਕਿਨ ਉਹ ਵਾਇਰਸ ਦਾ ਨਾਂ ਹੈਗਾ ਐਡੀਨੋ ਵਾਇਰਸ। ਉਹ ਇਹਦੇ ਨਾਲ ਰਲਦਾ ਮਿਲਦਾ ਕੋਵਿਡ ਦੇ ਨਾਲ। ਸੋ ਐਡੀਨੋ ਵਾਇਰਸ ਨੂੰ ਲੈ ਕੇ ਕੋਵਿਡ ਦੇ ਅਗੇਂਸਟ ਐਂਟੀਬਾਡੀ ਬਣਾਈਆਂ ਉਹਨਾਂ ਨੇ, ਔਰ ਕੰਮ ਕਰਦੀਆਂ ਜੀ। ਸੋ ਇਸ ਲਈ ਉਹ ਵੀ ਠੀਕ ਆ। ਸੋ ਵੱਖ-ਵੱਖ ਜਿਹੜੀਆਂ ਵੈਕਸੀਨ ਦੀ ਕੰਪਨੀਆਂ ਵੱਖ-ਵੱਖ ਟ੍ਰਾਇਲਸ ਕਰ ਰਹੀਆਂ, ਔਰ ਜਿਹੜੀ 95% ਮੋਡਰਨਾ ਔਰ ਫਾਈਜ਼ਰ ਹੈਗੀ ਆ, ਇੰਨੀ ਟੌਪ ਦੀ ਕੋਈ ਵੀ ਰਿਪੋਰਟ ਨਹੀਂ ਕਰ ਰਿਹਾ ਸੋ ਫਾਰ। ਤੁਸੀਂ ਆਪ ਹੀ ਕਿਹਾ ਐਸਟਰਾਜ਼ੈਨਿਕਾ ਨੇ 70% ਕਿਹਾ, ਮੇ ਬੀ ਜ਼ਿਆਦਾ ਵਧੂਗਾ। ਔਰ WHO ਪਤਾ ਕੀ ਕਹਿੰਦਾ ਸੀ, ਵਰਲਡ ਹੈਲਥ ਆਰਗੇਨਾਈਜੇਸ਼ਨ, ਵੀ ਕੋਵਿਡ ਦੀ ਵੈਕਸੀਨ ਬਣੂਗੀ ਘੱਟ ਤੋਂ ਘੱਟ 70% ਇਫੈਕਟਿਵ ਹੋਣੀ ਚਾਹੀਦੀ ਆ, ਤਾਂ 1 ਡੋਜ਼ ਲੱਗੇ। ਹੁਣ ਦੇਖੋ ਸਾਰਿਆਂ ਦੇ 2 ਡੋਜ਼ ਲੱਗ ਰਿਹਾ, ਔਰ ਉਹਨੂੰ
ਸਟੋਰੇਜ 'ਚ ਪ੍ਰੋਬਲਮ ਨਾ ਆਵੇ ਔਰ ਉਹ ਬਹੁਤ ਸਸਤੀ ਹੋਵੇ ਵੀ ਗਰੀਬ ਆਦਮੀ ਵੀ ਉਹਨੂੰ ਲੈ ਸਕੇ। ਹੁਣ ਅਸੀਂ ਆ ਕੈਨੇਡਾ 'ਚ ਜਿੱਥੇ ਹੈਗਾ ਯੂਨੀਵਰਸਲ ਹੈਲਥ ਕੇਅਰ, ਇੱਕ ਗੁੱਡ ਨਿਊਜ਼ ਹੈ, ਸਾਰੇ ਕੈਨੇਡੀਅਨ ਨੂੰ ਵੈਕਸੀਨੇਸ਼ਨ ਫ੍ਰੀ ਲੱਗ ਜਾਏਗੀ, ਕਿਸੇ को पैसा नहीं लिया जाएगा। ਹੁਣ ਤੁਸੀਂ ਪੁੱਛੋਗੇ ਕਿਉਂ? ਜੀ ਸਮਝੋ ਕੋਈ ਵਿਅਕਤੀ ਹਸਪੀਟਲ ਦਾਖਲ ਹੋ ਜਾਂਦਾ ਕੋਵਿਡ ਕਰਕੇ, ਰੈਗੂਲਰ ਬੈੱਡ ਦਾ $1500 ਇੱਕ ਦਿਹਾੜੀ ਦਾ ਖਰਚਾ, ਬਿਲਕੁਲ ਆਈਸੀਯੂ $5000 ਇੱਕ ਦਿਹਾੜੀ ਦਾ ਖਰਚਾ। ਸੋ ਅਗਰ ਤੁਸੀਂ ਦੇਖੋਗੇ $100 ਦੇ ਨਾਲ ਤੁਸੀਂ ਪ੍ਰੀਵੈਂਟ ਕਰਦੇ ਹੋ ਉਸ ਵਿਅਕਤੀ ਦਾ ਹਸਪੀਟਲਾਈਜੇਸ਼ਨ, ਤਾਂ ਉਹ ਜ਼ਿਆਦਾ ਕਾਸਟ ਇਫੈਕਟਿਵ ਹੈਗਾ। ਸੋ ਆਉਂਸ ਆਫ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਪਾਊਂਡ ਆਫ ਕਿਉਰ, ਇੱਕ ਕਹਾਵਤ ਹੈਗੀ ਹੈ। ਬਿਲਕੁਲ ਵੈਕਸੀਨ ਤਾਂ ਆਊਗੀ ਔਰ ਸਾਡਾ ਯੂਨੀਵਰਸਲ ਹੈਲਥ ਕੇਅਰ ਦਾ ਜਿਹੜਾ ਬਜਟ ਹੈਗਾ ਆਲਰੇਡੀ ਉਹਦੇ ਪੈਸੇ ਦੇ ਚੁੱਕੇ ਆ ਪ੍ਰਧਾਨ ਮੰਤਰੀ ਮਾਨਯੋਗ ਜਸਟਿਨ ਟਰੂਡੋ ਸਾਹਿਬ ਜੀ। ਲੇਕਿਨ ਵੈਕਸੀਨ ਹੌਲੀ ਹੌਲੀ ਟ੍ਰਿਕਲ ਹੋਗੀ। ਹੁਣ ਦੂਜੇ ਕਈ ਕੰਟਰੀਆਂ ਦੇ ਵਿੱਚ ਯੂਨੀਵਰਸਲ ਹੈਲਥ ਕੇਅਰ ਨਹੀਂ ਹੈਗਾ, ਉੱਥੇ ਤੁਸੀਂ ਪੇ ਕਰਕੇ ਲਓਗੇ ਤੇ ਗਰੀਬ ਆਦਮੀ ਕੀ ਕਰੂਗਾ? ਇਸ ਲਈ ਜਿਹੜਾ ਸੀਰਮ ਇੰਸਟੀਚਿਊਟ ਆਫ ਇੰਡੀਆ ਪੁਣੇ, ਬੰਬੇ ਤੋਂ ਨਾ ਕਰੀਬਨ 180-200 ਕਿਲੋਮੀਟਰ ਦੂਰ ਹੈਗਾ ਪੁਣੇ ਜੀ। ਸੋ ਕਾਫੀ ਲੋਕੀ ਸੈਰ ਸਪੱਟੇ ਵਾਸਤੇ ਵੀ ਜਾਂਦੇ, ਕਿਉਂਕਿ ਜਦੋਂ ਬਹੁਤ ਧੁੱਪ ਹੁੰਦੀ ਨਾ ਬੰਬੇ, ਉੱਥੇ ਥੋੜੀ ਜੀ ਜਿਵੇਂ ਕੂਲਰ ਐਨਵਾਇਰਨਮੈਂਟ ਹੁੰਦਾ, ਥੋੜਾ ਪਹਾੜੀ ਇਲਾਕਾ ਹੈ ਨਾ। ਸੋ ਪੁਣੇ ਹੈਗਾ ਸੀਰਮ ਇੰਸਟੀਚਿਊਟ ਆਫ ਇੰਡੀਆ, ਉਹ ਕੈਪੈਸਿਟੀ ਹੈਗੀ ਵੀ 1 ਬਿਲੀਅਨ ਡੋਜ਼ਸ ਤੋਂ ਜ਼ਿਆਦਾ ਬਣਾ ਸਕਦੇ ਹਰ ਸਾਲ। ਉਹਨਾਂ ਕੋਲ ਮਸ਼ੀਨਰੀ ਇਕਵਿਪਮੈਂਟ ਹੈਗਾ, ਲੇਕਿਨ ਉਹਨਾਂ ਆਕਸਫੋਰਡ ਦੇ ਨਾਲ ਸੰਧੀ ਕੀਤੀ ਹੈ। ਸੋ ਕਿਤੇ ਨਾ ਕਿਤੇ ਆਕਸਫੋਰਡ ਵਾਲੀ ਵੈਕਸੀਨ ਮਾਸ ਪ੍ਰੋਡਕਸ਼ਨ ਉਹ ਪੁਣੇ ਹੋਏਗੀ ਤੇ ਹਿੰਦੁਸਤਾਨ ਤੇ ਦਿੱਤੀ ਜਾਏਗੀ। ਹਿੰਦੁਸਤਾਨ ਦੇ ਵਿੱਚ ਉਹ ਕਹਿੰਦੇ ਸੀ ਵੀ ਅਸੀਂ 20 ਤੋਂ 40 ਰੁਪਏ ਦੇ ਵਿੱਚ ਦਵਾਂਗੇ, ਤਾਂ $1 ਤੋਂ ਘੱਟ ਹੋਏਗੀ। ਸੋ ਇਹ ਸਬਸਿਡਾਈਜ਼ ਕਰਨਾ ਪਏਗਾ, ਕਿਉਂਕਿ ਆਵਾਮ ਨੂੰ ਪ੍ਰੋਟੈਕਟ ਸਾਰੇ ਪਾਸੇ ਕਰਨਾ ਪੈਣਾ। ਇਹ ਨਹੀਂ ਵੀ ਖਾਲੀ ਇੱਕ ਕੰਟਰੀ ਪ੍ਰੋਟੈਕਟ ਕਰਕੇ ਰਹਿ ਜਾਏ। ਬਿਲਕੁਲ। ਅਗਰ ਕੈਨੇਡਾ ਦੇ ਵਿੱਚ ਘੱਟ ਤੋਂ ਘੱਟ 70% ਨੂੰ ਇਹ ਵੈਕਸੀਨ ਲੱਗੂਗੀ ਤਾਂ ਮਹਾਮਾਰੀ ਥੱਲੇ ਜਾਊਗੀ। ਉਹਨੂੰ ਕਹਿੰਦੇ ਹਰਡ ਇਮਿਊਨਿਟੀ, HERD ਜਾਂ ਕਮਿਊਨਿਟੀ। ਅਗਰ ਨਹੀਂ ਲੱਗਦੀ ਤਾਂ ਫਿਰ ਇਹ ਫੈਲਦੀ ਰਹੂਗੀ। ਔਰ 70 ਤੋਂ 80% ਜਿਹੜੇ ਵਾਇਰੋਲੋਜਿਸਟ ਹੈਗੇ ਆ ਉਹ ਕਹਿੰਦੇ ਵੀ ਇਹ ਲੱਗਣਾ ਚਾਹੀਦਾ ਤਾਂ ਇਹ ਮਹਾਮਾਰੀ ਦੱਬੂਗੀ। ਇਸ ਲਈ ਸਾਰਿਆਂ ਨੂੰ ਵੈਕਸੀਨ ਲਾਉਣੀ ਚਾਹੀਦੀ ਆ। ਬਿਲਕੁਲ। ਤੇ ਨਾਲ ਹੁਣ ਜਿਵੇਂ ਡਾਕਟਰ ਪੁਰ ਜੀ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਓਵਰਡੋਜ਼ ਵੀ ਇੱਕ ਵੱਡਾ ਮੁੱਦਾ ਬਣਿਆ ਹੋਇਆ, ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ, ਕਿਉਂਕਿ ਹਰ ਦਿਨ ਮੌਤਾਂ ਜਿਹੜੀਆਂ ਇੰਨੀਆਂ ਕੋਵਿਡ ਨਾਲ ਨਹੀਂ ਹੋ ਰਹੀਆਂ ਜਿੰਨੀਆਂ ਓਵਰਡੋਜ਼ ਦੇ ਨਾਲ ਹੋ ਰਹੀਆਂ। ਅਸੀਂ ਮਾਰਚ ਤੋਂ ਹੀ ਦੇਖਿਆ ਆ 170 180 ਤੱਕ ਮੌਤਾਂ ਜਿਹੜੀਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿਰਫ ਸਾਡੀ ਪ੍ਰੋਵਿੰਸ ਦੇ ਵਿੱਚ ਰਿਪੋਰਟ ਕੀਤੀਆਂ ਗਈਆਂ ਨੇ। ਇਹ ਵੀ ਹੁਣ ਕੋਵਿਡ-19 ਦੇ ਕਰਕੇ ਵੀ ਲੋਕ ਸਟ੍ਰੈਸ ਦੇ ਵਿੱਚ ਹੈਗੇ ਨੇ, ਬਾਰਡਰ ਬੰਦ ਕਰਕੇ ਵੀ ਇੱਕ ਕਾਰਨ ਬਣਿਆ ਹੋਇਆ ਆ। ਸੋ ਇਹਨਾਂ ਚੀਜ਼ਾਂ ਤੋਂ ਪ੍ਰੀਵੈਂਟ ਕਿਸ ਤਰ੍ਹਾਂ ਕੀਤਾ ਜਾਵੇ? ਬਿਲਕੁਲ ਸਹੀ ਗੱਲ ਕਹੀ ਅਰਸ਼। ਇੱਕ ਪਾਸੇ ਤਾਂ ਇਹ ਕੋਵਿਡ ਦੀ ਜੰਗ ਛੁੜੀ ਹੋਈ ਆ, ਦੂਜੇ ਪਾਸੇ ਸਾਡੀ ਜਿਹੜੀ ਐਮਰਜੈਂਸੀ ਹੈਗੀ ਆ ਉਹ ਹੈਗੀ ਆ ਓਪੀਓਇਡ ਕ੍ਰਾਈਸਿਸ, ਜਿਹਨੂੰ ਆਪਾਂ ਓਵਰਡੋਜ਼ ਕਰਨੇ ਆ। ਹਰ ਰੋਜ਼ 5 ਤੋਂ 6 ਲੋਕੀ ਆਪਣੀ ਜ਼ਿੰਦਗੀ ਖੋ ਰਹੇ ਨੇ ਔਰ ਮੋਸਟਲੀ ਇਹ ਯੰਗ ਹੈਲਦੀ ਐਡਲਟ ਨੇ। ਦੇਖੋ ਕੋਵਿਡ 'ਚ ਮੋਸਟਲੀ 65% ਆ, ਇੱਥੇ ਯੰਗ ਹੈਲਦੀ ਐਡਲਟ ਹੈਗੇ ਆ। ਔਰ ਇਹਦਾ ਮੇਨ ਰੀਜ਼ਨ ਹੈਗਾ ਅਕੇਲਾਪਨ, ਮੈਂਟਲ ਹੈਲਥ ਇਸ਼ੂਜ਼ ਮੌਲ ਹੈਗੇ ਆ। ਸੋ ਸਾਨੂੰ ਰਿਸੋਰਸਿਸ ਜ਼ਿਆਦਾ ਕਰਨੀ ਚਾਹੀਦੀ ਹੈ। ਉਸ ਹਰ ਇੱਕ ਐਥਨਿਕ ਲੈਂਗੁਏਜ 'ਚ ਪ੍ਰੋਗਰਾਮ ਡਿਵੈਲਪ ਕਰਨੇ ਚਾਹੀਦੇ ਆ। ਦੂਜਾ ਮੈਂ ਫੇਰ ਕਹੂੰਗਾ ਸਾਨੂੰ ਰੂਹਾਨੀਅਤ ਜਾਂ ਸਪਿਰਿਚੁਅਲਿਜ਼ਮ ਵੱਲ ਵੀ ਦੇਖਣਾ ਚਾਹੀਦਾ। ਜਿਹਨੂੰ ਉਹਦੀ ਨੌਲੇਜ ਹੁੰਦੀ ਹੈ ਨਾ, ਔਖੇ ਤੋਂ ਔਖਾ ਟਾਈਮ ਵੀ ਕੱਟ ਲੈਂਦਾ ਹੈ ਨਾ। ਕਿਉਂਕਿ ਅਗਰ ਤੁਸੀਂ ਇਤਿਹਾਸ ਦੇਖਿਆ ਹੋਣਾ ਔਰ ਅਰਦਾਸ 'ਚ ਵੀ ਆਪਾਂ ਪੜ੍ਹਦੇ ਹੀ ਆ ਨਾ, ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬੀਬੀਆਂ ਨੇ ਸਵਾ ਮਨ ਪੀਸ ਕੇ ਬੱਚਿਆਂ ਦੇ ਟੋਟੇ ਆਪਣੇ ਗਲਾਂ ਦੇ ਵਿੱਚ ਹਾਰ ਪਾਏ ਸੀ, ਫੇਰ ਵੀ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਦੇਖੋ ਉਹਨਾਂ ਔਖਾ ਟਾਈਮ ਤੇ ਨਹੀਂ ਹੋਣਾ ਸਾਡੇ ਉੱਤੇ, ਰਾਈਟ? ਬਟ ਇਹ ਹੈਗੀ ਤੁਹਾਡੀ ਮਨਸਥਿਤੀ। ਇੱਕ ਹੁੰਦੀ ਪਰਿਸਥਿਤੀ ਇਸ ਵੇਲੇ ਖਰਾਬ ਹੈਗੀ ਆ ਵੀ ਕੋਵਿਡ ਜਿਹੜੇ ਸਾਰੇ ਪਾਸੇ ਤੁਰਿਆ ਫਿਰਦਾ ਕਮਿਊਨਿਟੀ ਦੇ ਵਿੱਚ, ਲੇਕਿਨ ਮਨਸਥਿਤੀ ਤੁਹਾਡੀ ਆਪਣੇ ਹੱਥ 'ਚ ਹੈ, ਤੁਸੀਂ ਸਟਰੋਂਗ ਰੱਖ ਸਕਦੇ ਹੋ। ਸੋ ਮਨਸਥਿਤੀ ਸਟਰੋਂਗ ਕਰਨ ਵਾਸਤੇ ਆਪਣੇ ਆਪ ਦੇ ਨਾਲ ਕਨੈਕਟ ਕਰਨਾ ਚਾਹੀਦਾ, 7 ਘੰਟੇ ਸੌਣਾ ਚਾਹੀਦਾ, ਹੱਸਣਾ ਖੇਡਣਾ ਚਾਹੀਦਾ, ਅੱਛਾ ਭੋਜਨ ਖਾਣਾ ਚਾਹੀਦਾ, 1 ਘੰਟਾ ਐਕਸਰਸਾਈਜ਼ ਕਰਨੀ ਚਾਹੀਦੀ ਆ ਔਰ ਪਰਮਾਤਮਾ ਦੀ ਆਰਾਧਨਾ ਕਰਨੀ ਚਾਹੀਦੀ ਆ। ਸੋ ਕਿਤੇ ਨਾ ਕਿਤੇ ਸਾਨੂੰ ਇੱਕ ਅੱਛੇ ਜੀਵਨ ਦੀ ਔਰ ਇੱਕ ਅੱਛੇ ਲਾਈਫਸਟਾਈਲ ਦੀ ਵੀ ਲੋੜ ਹੈਗੀ ਆ। ਔਰ ਜਿਹੜੇ ਇਹ ਸਾਡੇ ਭੈਣ ਭਰਾ ਓਵਰਡੋਜ਼ ਦੇ ਨਾਲ ਬੱਚੇ ਸਾਡੇ ਜਾ ਰਹੇ ਆ, ਉਹਨਾਂ ਨੂੰ ਰਿਸੋਰਸਿਸ ਜ਼ਿਆਦਾ ਦੇਣੀਆਂ ਚਾਹੀਦੀਆਂ। ਉਹਨਾਂ ਦੇ ਸਟ੍ਰੈਸਿਸ ਰਿਜ਼ੋਲਵ, ਕੌਨਫਲਿਕਟ ਰਿਜ਼ੋਲਵ ਕਰਨ ਦੇ ਜਿਹੜੇ ਹੈਗੇ ਆ ਕਾਉਂਸਲਿੰਗ, ਥੈਰੇਪਿਊਟਿਕਸ, ਸਾਈਕਾਇਟ੍ਰਿਕ ਹੈਲਪ, ਉਹ ਜ਼ਿਆਦਾ ਵਧਾਉਣੀ ਚਾਹੀਦੀ ਆ ਤਾਂ ਕਿ ਅਸੀਂ ਉਹ ਦੁਖਾਂਤ ਜਿਹੜਾ ਹੈਗਾ ਉਹ ਵੀ ਰੋਕ ਸਕੀਏ।
ਜੀ ਬਿਲਕੁਲ, ਤੇ ਨਾਲ ਹੁਣ ਕੈਨੇਡਾ ਦੇ ਵਿੱਚ ਜਿੱਥੇ ਟੋਰਾਂਟੋ ਪੀਲ ਰੀਜਨ ਉੱਥੇ ਲਾਕਡਾਊਨ ਹੈ, ਅਲਬਰਟਾ ਦੇ ਵਿੱਚ ਵੀ ਸਖਤ ਪਾਬੰਦੀਆਂ ਲਗਾਈਆਂ ਗਈਆਂ ਨੇ, ਤੇ ਸਾਡੇ BC ਦੇ ਵਿੱਚ ਵੀ ਐਮਰਜੈਂਸੀ ਐਲਾਨੀ ਗਈ ਹੈ, ਸਖਤ ਪਾਬੰਦੀਆਂ ਨੇ, ਤੇ ਨਾਲ ਮਾਸਕ ਲਾਜ਼ਮੀ ਕਰ ਦਿੱਤੇ ਗਏ ਨੇ। ਜਿਵੇਂ ਮਾਸਕ ਦੀ ਪਹਿਲਾਂ ਤੋਂ ਹੀ ਡਿਬੇਟ ਚੱਲੀ ਆ ਰਹੀ ਹੈ, ਮਾਸਕ ਪਾਉਣੇ ਲਾਜ਼ਮੀ ਹੈ ਨਹੀਂ ਹੈ, ਸਕੂਲਾਂ ਦੇ ਵਿੱਚ ਹਾਲ ਵਿੱਚ ਲਾਜ਼ਮੀ ਹੈ, ਕਲਾਸਰੂਮ 'ਚ ਨਹੀਂ ਲਾਜ਼ਮੀ, ਪਰ ਹੁਣ ਟਿਕਟ ਵੀ ਨਾਲ ਕਹਿ ਦਿੱਤੀ ਗਈ ਹੈ ਕਿ $230 ਜੁਰਮਾਨਾ ਜੇ ਤੁਸੀਂ ਇਨਡੋਰ ਮਾਸਕ ਨਹੀਂ ਪਹਿਨਿਆ ਹੋਇਆ। ਮਾਸਕ ਪਹਿਨਣ ਤੇ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ, ਦੇਖੋ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਅਰਸ਼ ਜੀ, ਔਰ ਅਸੀਂ ਬੜੇ ਪ੍ਰੋਗਰਾਮ ਕੀਤੇ ਆ ਵੀ 3 ਚੀਜ਼ਾਂ ਆਪਾਂ ਕਰਨੀਆਂ। ਇੱਕ ਤਾਂ ਫਿਜ਼ੀਕਲ ਡਿਸਟੈਂਸ 6 ਤੋਂ 8 ਫੁੱਟ, ਦੂਜਾ ਹੈਂਡ ਸੈਨੀਟਾਈਜੇਸ਼ਨ, ਕਿਉਂਕਿ ਸਾਡੇ ਇਧਰ ਹੱਥ ਟੇਬਲ ਨੂੰ ਟੱਚ ਹੋ ਗਏ, ਡੋਰ ਨੌਬ ਨੂੰ ਟੱਚ ਹੋ ਗਏ, ਕੋਈ ਹੋਰ ਸਰਫੇਸ ਨੂੰ ਜਿੱਥੇ ਕੋਵਿਡ ਹੈਗਾ, ਤੇ ਸਾਬਣ ਔਰ ਪਾਣੀ ਦੇ ਨਾਲ ਜਾਂ ਸੈਨੀਟਾਈਜ਼ਰ ਦੇ ਨਾਲ ਉਹ ਕਲੀਨ ਹੋ ਸਕਦਾ। ਤੇ ਜਿਹੜਾ ਮਾਸਕ ਹੈਗਾ 3 ਲੇਅਰ ਦਾ ਚਾਹੀਦਾ, ਨਾਨ ਮੈਡੀਕਲ ਘੱਟ ਤੋਂ ਘੱਟ, ਜਿਹਦਾ ਅੰਦਰਲਾ ਲੇਅਰ ਮੋਟੇ ਕਾਟਨ ਦਾ ਹੋਏ, ਬਾਹਰਲਾ ਜਿਹੜਾ ਹੈਗਾ ਉਹ ਵਾਟਰ ਰੈਪਲੈਂਟ ਹੋਏ, ਪੋਲੀਐਸਟਰ ਹੋਏ ਜਾਂ ਕੋਈ ਮਟੀਰੀਅਲ, ਤੇ ਅੰਦਰ ਫਿਲਰ ਲੇਅਰ ਹੋਵੇ। SFU 'ਚ ਸਟੱਡੀ ਹੋਈ ਸੀ ਵੀ ਘੱਟ ਤੋਂ ਘੱਟ 35% ਕੱਲਾ ਮਾਸਕ ਹੀ ਪ੍ਰੋਟੈਕਟ ਕਰ ਜਾਂਦਾ ਤੁਹਾਨੂੰ। ਅਗਰ ਤੁਸੀਂ 35% ਫਿਜ਼ੀਕਲ ਡਿਸਟੈਂਸ ਲਾ ਲਓ, 35% ਹੈਂਡ ਵਾਸ਼ਿੰਗ ਲਾ ਲਓ, 35% ਮਾਸਕ ਲਾ ਲਓ, ਤਾਂ 100 ਤੇ ਗਿਣਤੀ ਹੋ ਗਈ ਪੂਰੀ ਇੱਥੇ। ਸੋ ਇੱਥੇ ਮਾਸਕ ਬਹੁਤ ਇੰਪੋਰਟੈਂਟ, ਕਿਉਂਕਿ ਮੈਂ ਹੁਣ 3-4 ਮਹੀਨੇ ਤੋਂ ਇਹ ਦੁਹਾਈ ਦੇ ਰਿਹਾ ਰੇਡੀਓ ਟੈਲੀਵਿਜ਼ਨ 'ਚ। ਦੇਖੋ ਜਿਹੜੇ ਕੰਟਰੀਜ਼ 'ਚ ਪਹਿਲੇ ਦਿਨ ਤੋਂ ਮਾਸਕ ਮੈਂਡੇਟਰੀ ਸੀ, ਮੇਰੀ ਮੁਰਾਦ ਤਾਇਵਾਨ, ਸਿੰਗਾਪੁਰ, ਸਾਊਥ ਕੋਰੀਆ, ਜਾਪਾਨ, ਉੱਥੇ ਕੋਵਿਡ ਬਹੁਤ ਘੱਟ ਹੋਇਆ, ਸੈਕੰਡ ਵੇਵ ਬਿਲਕੁਲ ਨਹੀਂ ਹੋਈ। ਜੀ ਬਿਲਕੁਲ, ਸਾਨੂੰ ਉਹਨਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਕੋਈ ਅੱਛਾ ਕੰਮ ਕਰ ਰਿਹਾ ਹੈ ਤੇ ਉਸ ਤੋਂ ਸਿੱਖ ਲਓ, ਜ਼ਰੂਰੀ ਥੋੜੇ ਵੀ ਉਹਦੀ ਨਿੰਦਾ ਕਰੀ ਜਾਓ, ਵੀ ਆਪਣੀ ਸਾਇੰਸ ਜਿਹੜੀ ਦੁਹਰਾਈ ਜਾਓ, ਵੀ ਇਹ ਕਰੀ ਜਾਓ ਉਹ ਕਰੀ ਜਾਓ। ਮਾਸਕ ਜਿਹੜਾ ਹੈਗਾ ਬੜਾ ਚੀਪ ਹੈਗਾ, ਔਰ ਕਾਫੀ ਸੰਸਥਾਵਾਂ ਨੇ ਫ੍ਰੀ ਮਾਸਕ ਵੰਡੇ ਆ। ਮੇਰੀ ਮਾਸਕ ਦੀ ਜਿਹੜੀ ਆਰਮੀ ਤੇ ਜਿਹੜੀ ਮੀਰਾ ਗਿੱਲ, ਮੇਰੇ ਖਿਆਲ ਨਾਲ ਉਹਨਾਂ ਦਾ ਨਾਮ ਹੈਗਾ, ਗਲੋਬਲ ਵਿਲੇਜ, ਉਹਨਾਂ ਨੇ ਵੀ ਮਾਸਕ ਬਹੁਤ ਵੰਡੇ ਆ, ਫ੍ਰੀ ਵੰਡੇ ਆ। ਬੜੀ ਸੰਸਥਾਵਾਂ ਨੇ ਜਿਹੜੇ ਬੈਨੀਫਿਟ ਕੀਤੇ, ਔਰ ਉਹ ਅਜੇ ਵੀ ਬਣਾਈ ਜਾ ਰਹੇ ਆ। ਸੋ ਇਸ ਲਈ ਸਾਨੂੰ ਸੱਭਿਅ ਰਹਿਣਾ, ਕਿਉਂਕਿ ਮੇਰਾ ਸੁਭਾਅ ਤੁਹਾਨੂੰ ਅਫੈਕਟ ਕਰੂਗਾ, ਤੁਹਾਡਾ ਸੁਭਾਅ ਵੀ ਮੈਨੂੰ ਅਫੈਕਟ ਕਰ ਸਕਦਾ ਜੀ। ਕਿ ਨਾ ਕਿਸੇ ਨੂੰ ਘਰ ਸੱਦੀਏ ਤੇ ਨਾ ਕਿਸੇ ਦੇ ਘਰ ਜਾਈਏ। ਕਸਮ ਖਾ ਲਈ ਹੈ ਵੀ ਮਾਰਚ ਤੱਕ ਅਸੀਂ ਨਹੀਂ ਜਾਣਾ ਤੇ ਨਾ ਕਿਸੇ ਨੂੰ ਸੱਦਣਾ ਘਰ। ਤੇ ਜਿੱਦਾਂ ਆਪਾਂ ਹੁਣ ਡਿਜੀਟਲੀ ਰੂਬਰੂ ਹੋ ਰਹੇ ਆ, ਤਾਂ ਬਿਲਕੁਲ ਰੂਬਰੂ ਆਪਣੇ ਦੋਸਤ ਮਿੱਤਰਾਂ ਦੇ ਨਾਲ ਹੱਸੋ ਖੇਡੋ। ਨਾਲੇ ਟੀਵੀ 'ਚ ਵੀ ਪ੍ਰੋਗਰਾਮ ਹੁੰਦੇ ਆ, ਉਹ ਦੇਖੋ, ਖੁਸ਼ ਰਹੋ। ਘਰ ਬਹਿ ਕੇ ਥੋੜਾ ਰਾਸ਼ਨ ਘੱਟ ਖਾਓ, ਨਹੀਂ ਤੇ ਜਿੱਦਾਂ ਮੈਂ ਪਹਿਲਾਂ ਜ਼ਿਆਦਾ ਰਾਸ਼ਨ ਖਾ ਲਿਆ ਸੀ, ਹੁਣ ਥੋੜਾ ਪਤਲਾ ਹੋ ਰਿਹਾ। ਸੋ ਆਪਣੀ ਲਾਈਫਸਟਾਈਲ ਜਿਹੜੀ ਤਰਜ਼ੇ ਜ਼ਿੰਦਗੀ ਆ ਉਹ ਇੰਪੋਰਟੈਂਟ ਰੱਖੋ, ਔਰ ਮਹਾਰਾਜ ਕਿਰਪਾ ਕਰਨਗੇ। ਦੇਖੋ ਹਰ ਚੀਜ਼ ਜਿਹੜੀ ਸ਼ੁਰੂ ਹੁੰਦੀ ਹੈ ਨਾ, ਉਹਦਾ ਅੰਤ ਤਾਂ ਹੁੰਦਾ। ਜਿਹੜੀ ਸਪੈਨਿਸ਼ ਫਲੂ ਸੀ ਉਹ ਵੀ 2-2.5 ਸਾਲ ਤੱਕ ਰਹੀ ਸੀ। ਕੋਵਿਡ ਨੇ ਵੀ 2 ਸਾਲ ਦੇ ਵਿੱਚ ਥੱਲੇ ਚਲੇ ਜਾਣਾ। ਕੈਨੇਡਾ ਦੇ ਵਿੱਚ ਮੈਨੂੰ ਲੱਗਦਾ 2021 ਦੇ ਐਂਡ ਤੱਕ ਕਾਫੀ ਹੱਦ ਤੱਕ ਸਾਡੀ ਲਾਈਫਸਟਾਈਲ ਫੇਰ ਅੱਛੀ ਹੋ ਚੁੱਕੀ ਹੋਏਗੀ। 30 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਅਵਤਾਰ ਪੁਰਬ ਹੈਗਾ। ਅਸੀਂ ਸਾਰੇ ਸੰਗਤਾਂ ਨੂੰ ਵਧਾਈ ਦਿੰਦੇ ਆ, ਲੇਕਿਨ ਘਰ ਬੈਠੀਏ, ਨਾ ਜਾਈਏ। ਠੀਕ ਹੈ, ਸਾਡਾ ਜੀ ਕਰਦਾ ਗੁਰਦੁਆਰੇ ਜਾਣ ਨੂੰ, ਲੇਕਿਨ ਗੁਰਬਾਣੀ ਕੀ ਕਹਿੰਦੀ ਹੈ, ਇਹ ਸਰੀਰ ਹਰ ਮੰਦਰ ਹੈ, ਤੁਹਾਡਾ ਸਰੀਰ ਹੀ ਹਰੀ ਦਾ ਮੰਦਰ ਹੈ। ਇਹਦੇ ਵਿੱਚ ਬਹਿ ਕੇ ਆਪਣੇ ਆਪ ਦੇ ਨਾਲ ਜੁੜੋ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਤੁਸੀਂ ਆਪਣੇ ਨਿਜ ਘਰ ਦੇ ਵਿੱਚ ਬਹਿ ਜਾਓ ਤੇ ਸਤਿਗੁਰ ਤੁਹਾਡੇ ਕਾਜ ਕਰੀ ਜਾਂਦਾ, ਹਨਾ। ਦੁਸ਼ਟ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਬਾਦਸ਼ਾਹ ਸਭ ਵਸ ਕਰ ਲੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਭਉ ਹੋ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ, ਸ਼ਰਨ ਪਰੇ ਪ੍ਰਭ ਅੰਤਰਯਾਮੀ, ਨਾਨਕ ਓਟ ਪਕੜੀ ਪ੍ਰਭ ਸਾਮੀ। ਸੋ ਅਗਲਾ ਗੁਰਪੁਰਬ ਤੁਸੀਂ ਬਹੁਤ ਵਧੀਆ ਮਨਾ ਸਕੋਗੇ ਅਗਲੇ ਸਾਲ, ਅਗਰ ਇਸ ਗੁਰਪੁਰਬ ਦੇ ਵਿੱਚ ਆਪਾਂ ਸਾਵਧਾਨੀ ਵਰਤੀ, ਕਿਉਂਕਿ ਸਰੀ ਦੇ ਵਿੱਚ ਤੁਸੀਂ ਦੇਖ ਲਓ BC ਦੇ ਵਿੱਚ ਸਭ ਤੋਂ ਜ਼ਿਆਦਾ ਨੰਬਰ ਆਫ ਕੇਸਿਸ ਹੈ। ਬਿਲਕੁਲ ਫਰੇਜ਼ਰ ਹੈਲਥ ਰੀਜ਼ਨ ਤੇ ਸਭ ਤੋਂ ਜ਼ਿਆਦਾ ਕੇਸਿਸ ਹੈ। ਸੋ ਸਾਨੂੰ ਥੋੜਾ ਜਿਹਾ ਸੱਭਿਅ ਹੋਣਾ ਚਾਹੀਦਾ, ਕਿਉਂਕਿ ਇਹ ਜਿਹੜੀ ਬੋਡੀ ਹੈ ਬੜੀ ਕੀਮਤੀ ਆ ਜੀ, ਬਹੁਤ ਵੱਡਮੁੱਲੀ ਆ। ਤੁਸੀਂ ਇੱਕ ਆਰਗਨ ਦਾ ਅਗਰ ਕੀਮਤ ਕੱਢਣੀ ਚਾਹੋਗੇ ਤਾਂ ਬਿਲੀਅਨਸ ਤੋਂ ਟ੍ਰਿਲੀਅਨਸ ਤੋਂ ਵੀ ਲੰਘ ਜਾਓਗੇ। ਭਾਈ ਪ੍ਰਾਪਤ ਮਾਨੁਖ ਦੇ ਹੋਰੀ ਆ, ਗੋਬਿੰਦ ਮਿਲਨ ਕੀ ਇਤਰੀ ਪਰੀ ਆ। ਸੋ ਇਹ ਜਿਹੜੀ ਬੋਡੀ ਹੈ ਬੜੀ ਵੱਡਮੁੱਲੀ ਆ। ਸੋ ਇਹਨੂੰ ਨਮਸਕਾਰ ਕਰੀਏ, ਇਹਦੀ ਦੇਖ ਰੇਖ ਕਰੀਏ, ਇਹਦੇ ਵਿੱਚ ਅੱਛੀਆਂ ਚੀਜ਼ਾਂ ਪਾਈਏ, ਕੋਵਿਡ ਨੂੰ ਨਾ ਪਾਈਏ ਤੇ ਨਾ ਕਿਸੇ ਵਿੱਚ ਜਾ ਕੇ ਖਿਲਾਰੀਏ। ਸੋ ਆਪਾਂ ਇੱਕ ਦੂਜੇ ਨਾਲ ਮੀਟਿੰਗਾਂ ਘੱਟ ਕਰੀਏ, ਔਰ ਬਿਲਕੁਲ ਆਉਣਗੇ। ਥੈਂਕ ਯੂ ਸੋ ਮਚ ਪੋਜ਼ਿਟਿਵ ਮੈਸੇਜ ਦੇਣ ਦੇ ਲਈ ਤੇ ਇੰਨੀ ਜਾਣਕਾਰੀ ਦੇਣ ਦੇ ਲਈ। ਥੈਂਕ ਯੂ ਸੋ ਮਚ ਐਂਡ ਟੇਕ ਕੇਅਰ। ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਆਪਣਾ ਖਿਆਲ ਰੱਖਿਓ, ਔਰ ਸਾਰਿਆਂ ਨੂੰ ਬੇਨਤੀ ਹੈਗੀ ਆ ਵੀ ਆਪਣਾ ਖਿਆਲ ਰੱਖੋ। ਤੁਹਾਡਾ ਆਪਣਾ ਜ਼ਿੰਮਾ ਹੈਗਾ, ਔਰ ਬਿਲਕੁਲ ਮੈਨੂੰ ਲੱਗਦਾ ਅਸੀਂ ਫੇਰ ਜਿੱਦਾਂ ਪਹਿਲਾ ਵੇਵ ਥੱਲੇ ਲੈ ਕੇ ਆਉਂਦਾ ਸੀ, ਦੂਜਾ ਵੇਵ ਵੀ ਥੱਲੇ ਲੈ ਕੇ ਆ ਸਕਦੇ। ਫਿਰ ਅਗਲੇ ਹਫ਼ਤੇ ਤੁਹਾਡੇ ਨਾਲ ਸਾਂਝ ਕਰਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ। ਥੈਂਕ ਯੂ ਜੀ।
ਬਿਲਕੁਲ, ਜਿਵੇਂ ਡਾਕਟਰ ਪੁਰਜੀ ਨੇ ਦੱਸਿਆ ਹੈ ਕਿ ਸਾਨੂੰ ਇਹ ਕਰਵ ਨੂੰ ਹੇਠਾਂ ਲੈ ਕੇ ਆਉਣ ਦੀ ਲੋੜ ਹੈ। ਅਮਰੀਕਾ ਦੇ ਵਿੱਚ 2,60,000 ਤੋਂ ਉੱਤੇ ਮੌਤਾਂ ਹੋ ਗਈਆਂ ਨੇ। ਥੈਂਕਸ ਗਿਵਿੰਗ ਉੱਥੇ ਮਨਾਇਆ ਜਾ ਰਿਹਾ ਹੈ, ਤਾਂ ਕੋਸ਼ਿਸ਼ ਕਰੀਏ ਕਿ ਅਸੀਂ ਵਰਚੁਅਲੀ ਥੈਂਕਸ ਗਿਵਿੰਗ ਮਨਾਈਏ। ਗੁਰੂ ਨਾਨਕ ਸਾਹਿਬ ਦਾ ਜੋ ਗੁਰਪੁਰਬ ਆ ਰਿਹਾ ਉਹ ਵੀ ਅਸੀਂ ਘਰਾਂ ਦੇ ਵਿੱਚ ਮਨਾਈਏ। ਛੁੱਟੀਆਂ ਦਾ ਤਿਉਹਾਰ ਹੈਗਾ ਹੈ, ਸੀਜ਼ਨ ਹੈਗਾ, ਛੁੱਟੀਆਂ ਹੈਗੀਆਂ ਨੇ, ਸਾਨੂੰ ਉਹ ਘਰਾਂ ਦੇ ਵਿੱਚ ਮਨਾਉਣੀਆਂ ਚਾਹੀਦੀਆਂ ਨੇ। ਗਾਈਡਲਾਈਨਸ ਨੂੰ ਫੋਲੋ ਕਰਦੇ ਰਹਿਣਾ ਚਾਹੀਦਾ। ਇਨਫੋਰਮੇਸ਼ਨ ਤੁਹਾਡੇ ਤੱਕ ਇਸ ਤਰ੍ਹਾਂ ਹੀ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।